एक नाटक बना के शबदीश तुहाडे सामने परोस दिंदे ने कि डायरैक्टर एक्टर अनीता तेरे ਲਈ ਇਹ ਇੱਕ ਮੈਂ ਨਵੀਂ ਚੀਜ਼ ਤਿਆਰ ਕੀਤੀ ਹੈ, ਇਹਨੂੰ ਦੇਖ ਲੈ ਹੁਣ ਤੂੰ ਕਿੱਥੇ ਤੱਕ ਲੈ ਕੇ ਜਾਣਾ। ਦੂਜੇ ਪਾਸੇ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਉੱਥੇ ਕਲਾਕਾਰਾਂ ਦੀ ਜਾਂ ਜਿਹੜੇ ਪ੍ਰੋਗਰੈਸਿਵ ਲੋਕ ਆ ਉਹਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੁਹਾਡੇ ਨਾਟਕਾਂ ਦੇ ਵਿੱਚ ਤਾਂ ਬਹੁਤ ਇਹੋ ਜਿਹੀਆਂ ਗੱਲਾਂ ਹੁੰਦੀਆਂ, ਕਦੇ ਤੁਹਾਨੂੰ ਵੀ ਕੋਈ ਚੈਲੰਜ ਆਇਆ? ਸ਼ਬਦੀਸ਼ ਨੇ ਇੱਕੋ ਗੱਲ ਕੀਤੀ ਸੀ ਜੀ, ਜੇ ਹੁਣ ਵੀ ਨਾ ਬੋਲੇ, ਮੇਰੇ ਨਾਟਕ ਦਾ ਨਾਮ ਹੀ ਇਹੀ ਹੈ, ਤਾਂ ਹੁਣ ਤਾਂ ਵਕਤ ਹੈ ਕਿ ਡਾਇਰੈਕਟ ਨਾਮ ਲੈ ਕੇ ਜੋ ਗਲਤ ਹੈ ਉਹਨੂੰ ਬੋਲਣ ਦੀ ਲੋੜ ਹੈ। ਅਸੀਂ ਤਾਂ ਹੁਣ ਜੋ ਰੰਗਮੰਚ ਤਾਂ ਆਪਣੇ ਆਪ ਦੇ ਵਿੱਚ ਐਡੀ ਵੱਡੀ ਤਾਕਤ ਹੈ, ਤੇ ਫਿਰ ਉਹਨਾਂ ਤਾਕਤਾਂ ਤੋਂ ਡਰਨ ਦੀ ਕੀ ਲੋੜ ਹੈ। ਜੇ ਜੋ ਅਸੀਂ ਕਰਨਾ ਹੈ ਨਾ, ਜੋ ਅਸੀਂ ਸੋਚ ਲਿਆ ਕਿ ਅਸੀਂ ਕਰਨਾ ਹੈ, ਤਾਂ ਉਹ ਕਰਨਾ ਹੀ ਕਰਨਾ ਹੈ। ਅਸੀਂ ਉਹਨਾਂ ਤੋਂ ਡਰ ਕੇ ਜਾਂ ਉਹਨਾਂ ਤੋਂ ਕਿਸੇ ਗੱਲ ਦੇ ਉੱਤੇ ਅਸੀਂ ਰੁਕ ਨਹੀਂ ਸਕਦੇ। ਮੈਂ ਰਿਹਰਸਲ ਕਰਦੀ ਸੀ ਸਵੇਰੇ ਉੱਠ ਕੇ ਸ਼ਬਦੀਸ਼ ਦੇ ਨਾਲ ਇੰਡੀਆ 'ਚ। ਅੱਛਾ, ਉਹ ਉਧਰ ਸਕ੍ਰਿਪਟ ਫੜ ਕੇ ਬੈਠਦੇ ਨੇ ਤੇ ਮੈਂ ਇੱਧਰ ਫੋਨ ਦੇ ਉੱਤੇ ਸਵਾ ਘੰਟਾ ਲਗਾਤਾਰ ਆਪਣੀ ਪਰਫਾਰਮੈਂਸ ਕਰਦੀ ਆ ਇੱਧਰ। ਕਦੇ ਇਸ ਤਰ੍ਹਾਂ ਤਾਂ ਨਹੀਂ ਲੱਗਾ ਕਿ ਹਾਰਡ ਡਿਸਕ ਭਰ ਗਈ ਆ? ਇਹ ਜਿਹੜੀ ਹਾਰਡ ਡਿਸਕ ਹੈ ਨਾ, ਜਿਹੜੀ ਧੁਰੋਂ ਆਈ ਹੋਈ ਹੈ, ਉਹ ਬੜੀ ਪੱਕੀ ਹੈ। ਐਕਚੁਅਲੀ ਹੁਣ ਮੇਰੇ ਨਾਲ ਇਸੇ ਤਰ੍ਹਾਂ ਹੋ ਰਿਹਾ। ਹੁਣ ਤਾਂ ਮੁੱਖ ਮੰਤਰੀ ਜਿਹੜੇ ਨੇ ਉਹ ਤੁਹਾਡੇ ਸਾਥੀ ਕਲਾਕਾਰ ਰਹੇ ਨੇ, ਤੁਸੀਂ ਰਾਦਰ ਉਹਨਾਂ ਦੇ ਹਿੰਦੀ ਵਾਲੀ ਭੈਣ ਜੀ ਰਹੇ ਹੋ। ਕਦੇ ਵਿਦਿਆਰਥੀ ਦੇ ਨਾਲ ਉਸ ਤੋਂ ਬਾਅਦ ਮੇਲ ਹੋਇਆ ਜਦੋਂ ਦੇ ਉਹ ਸੀਐਮ ਬਣੇ ਆ? ਅਸੀਂ ਆਪਣੀ ਡਿਮਾਂਡ ਰੱਖੀ ਹੈ, ਪਲੱਸ ਇਹ ਵੀ ਕਿਹਾ ਕਿ ਕਲਾਕਾਰਾਂ ਵਾਸਤੇ ਹੁਣ ਇੱਕ ਕਲਾਕਾਰ ਸੀਐਮ ਬਣਿਆ, ਪਲੀਜ਼ ਆਪਣੇ ਹੁੰਦਿਆਂ ਕੋਈ ਐਸੀ ਕਲਚਰ ਪਾਲਿਸੀ ਜ਼ਰੂਰ ਬਣਾ ਦਿਓ ਜਿਹਦੇ ਚ ਕਲਾਕਾਰਾਂ ਨੂੰ ਕੁਝ ਤਾਂ ਰਾਹਤ ਮਿਲੇ। ਸੋ ਬੇਨਤੀ ਤਾਂ ਕੀਤੀ ਹੈ ਜੀ, ਬਾਕੀ ਦੇਖੋ ਵਕਤ ਦੱਸੇਗਾ ਕਦੋਂ ਕਬੂਲ ਹੋਏਗੀ। ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈਆਂ ਕੁਝ ਖਿਆਲ ਕੁਝ ਸਵਾਲ। ਜਦੋਂ ਕਲਾ ਦਾ ਜ਼ਿਕਰ ਛਿੜਦਾ ਹੈ, ਕਹਿੰਦੇ ਕਲਾ ਕੁਝ ਇਸ ਤਰੀਕੇ ਦੇ ਨਾਲ ਸਿਰਜੀ ਜਾਂਦੀ ਹੈ, ਪੁਰਾਣੇ ਘਸੇ ਪਿਟੇ ਵਿਚਾਰਾਂ ਨੂੰ ਬਿਲਕੁਲ ਸਾੜ ਕੇ ਰਾਖ ਕਰਨਾ ਪੈਂਦਾ ਤੇ ਕੁਝ ਨਵਾਂ ਉਗਾਉਣਾ ਪੈਂਦਾ, ਨਵਾਂ ਉਪਜਾਉਣਾ ਪੈਂਦਾ। ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇੱਕ ਐਸੇ ਮਹਿਮਾਨ ਨੇ ਜਿਹੜੇ ਕਲਾ ਦੀ ਸਾਧਨਾ ਕਰਦੇ ਨੇ ਤੇ ਕਲਾ ਨੂੰ ਹੰਢਾ ਰਹੇ ਨੇ, ਕਲਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ। ਖਾਸ ਕਰਕੇ ਜਦੋਂ ਮੈਂ ਔਰਤਾਂ ਦੀ ਗੱਲ ਕਰਦੀ ਹਾਂ, ਹਰ ਵਰਗ ਦੀ, ਹਰ ਤਰ੍ਹਾਂ ਦੀ ਔਰਤ ਤੇ ਹਰ ਤਰ੍ਹਾਂ ਦੇ ਵਿਚਾਰ, ਹਰ ਤਰ੍ਹਾਂ ਦੀਆਂ ਭਾਵਨਾਵਾਂ ਦਾ ਕਿਸ ਤਰੀਕੇ ਦੇ ਨਾਲ ਇਜ਼ਹਾਰ ਕੀਤਾ ਜਾਵੇ, ਮੈਨੂੰ ਲੱਗਦਾ ਕਿ ਅਨੀਤਾ ਸ਼ਬਦੀਸ਼ ਨਾਲੋਂ ਬਿਹਤਰ ਕੋਈ ਨਹੀਂ ਜਾਣਦਾ। ਅਨੀਤਾ ਸ਼ਬਦੀਸ਼ ਨੇ ਬਹੁਤ ਸਾਰੇ ਸੋਲੋ ਨਾਟਕ ਆਪਣੇ ਪਿਆਰਿਆਂ ਤੱਕ ਪਹੁੰਚਾਏ ਨੇ, ਜਿਨ੍ਹਾਂ ਦੇ ਵਿੱਚ ਮਨ ਮਿੱਟੀ ਦਾ ਬੋਲਿਆ। ਇਸ ਤੋਂ ਇਲਾਵਾ ਪਿਛਲੇ ਦਿਨੀ ਉਹਨਾਂ ਨੇ ਖਾਸ ਕਰਕੇ ਇੱਥੇ ਕੈਨੇਡਾ ਦੇ ਵਿੱਚ ਇੱਕ ਨਾਟਕ ਕੀਤਾ, ਉਹਦਾ ਵੀ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ, ਗੁੰਮਸ਼ੁਦਾ ਔਰਤ। ਤੇ ਉਸ ਤੋਂ ਪਹਿਲਾਂ ਚਿੜੀ ਦੀ ਅੰਬਰ ਵੱਲ ਉਡਾਨ, ਤੇ ਬਹੁਤ ਸਾਰੇ ਹੋਰ ਨਾਟਕ ਅਨੀਤਾ ਸ਼ਬਦੀਸ਼ ਦੇ ਨਾਮ ਨੇ। ਤੇ ਅੱਜ ਅਨੀਤਾ ਸ਼ਬਦੀਸ਼ ਦੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ। ਅਨੀਤਾ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਅਨੀਤਾ ਜੀ, ਤੁਹਾਡਾ ਪਹਿਲਾਂ ਤਾਂ ਜਿਹੜਾ ਮੈਂ ਤਾਜ਼ਾ ਨਾਟਕ ਦੇਖ ਕੇ ਹਟੀ ਹਾਂ, ਗੁੰਮਸ਼ੁਦਾ ਔਰਤ, ਬਹੁਤ ਹੀ ਕਮਾਲ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਸ਼ੁਕਰੀਆ ਜੀ, ਮਿਹਰਬਾਨੀ। ਇਹ ਨਾਟਕ ਤੁਹਾਡੇ ਆਪਣੇ ਪਤੀ ਸ਼ਬਦੀਸ਼ ਉਹਨਾਂ ਦਾ ਲਿਖਿਆ ਹੋਇਆ ਜੀ? ਬਿਲਕੁਲ। ਥੋੜ੍ਹਾ ਜਿਹਾ ਇਸ ਨਾਟਕ ਤੋਂ ਹੀ ਮੈਂ ਗੱਲ ਸ਼ੁਰੂ ਕਰਨਾ ਚਾਹੁੰਦੀ ਹਾਂ ਕਿ ਜਿਸ ਵੇਲੇ ਸ਼ਬਦੀਸ਼ ਇਹ ਨਾਟਕ ਲਿਖ ਰਹੇ ਸੀ, ਕਿ ਉਸ ਵੇਲੇ ਵੀ ਤੁਸੀਂ ਆਪਸ ਦੇ ਵਿੱਚ ਇਸ ਨਾਟਕ ਬਾਰੇ ਵਿਚਾਰ ਵਟਾਂਦਰਾ ਕਰਦੇ ਹੁੰਦੇ ਸੀ, ਜਾਂ ਇੱਕ ਨਾਟਕ ਬਣਾ ਕੇ ਸ਼ਬਦੀਸ਼ ਤੁਹਾਡੇ ਸਾਹਮਣੇ ਪਰੋਸ ਦਿੰਦੇ ਨੇ ਕਿ ਡਾਇਰੈਕਟਰ ਐਕਟਰ ਅਨੀਤਾ ਤੇਰੇ ਲਈ ਇਹ ਇੱਕ ਮੈਂ ਨਵੀਂ ਚੀਜ਼ ਤਿਆਰ ਕੀਤੀ ਹੈ, ਇਹਨੂੰ ਦੇਖ ਲੈ ਹੁਣ ਤੂੰ ਕਿੱਥੇ ਤੱਕ ਲੈ ਕੇ ਜਾਣਾ? ਅਸਲ 'ਚ ਜਦੋਂ ਵੀ ਅਸੀਂ ਕੁਛ ਨਵਾਂ ਸਿਰਜਦੇ ਹਾਂ ਨਾ, ਤਾਂ ਅਸੀਂ ਦੋਨੋਂ ਬੈਠ ਕੇ ਉਹਦੇ ਬਾਰੇ ਬਹੁਤ ਸਾਰੀ ਡਿਸਕਸ਼ਨ ਕਰਦੇ ਹਾਂ। ਜੋ ਮੈਨੂੰ ਚਾਹੀਦਾ ਹੁੰਦਾ, ਮੈਂ ਕਹਿੰਦੀ ਹਾਂ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਕਿਉਂਕਿ ਮੈਂ ਇਸ ਇਸ਼ੂ ਦੇ ਉੱਤੇ ਕੰਮ ਕਰਨਾ ਚਾਹੁੰਦੀ ਹਾਂ। ਫਿਰ ਉਹਨਾਂ ਦੇ ਵੀ ਖਿਆਲ ਆਉਂਦੇ ਨੇ, ਉਹ ਸਾਡੇ ਆਪਸ ਦੇ ਵਿੱਚ ਡਿਸਕਸ਼ਨਸ ਬਹੁਤ ਲੰਮੀਆਂ ਚੌੜੀਆਂ ਹੁੰਦੀਆਂ ਨੇ। ਤੇ ਇਸ ਨਾਟਕ ਨੇ ਬਹੁਤ ਜ਼ਿਆਦਾ, ਮਤਲਬ ਸ਼ਬਦੀਸ਼ ਦੀ ਭਾਸ਼ਾ 'ਚ ਕਹਾਂ ਤਾਂ ਕਿ ਮੈਨੂੰ ਬਹੁਤ ਦੁਖੀ ਕੀਤਾ। ਅੱਛਾ। ਕਿਉਂਕਿ ਕਾਫੀ ਜ਼ਿਆਦਾ ਡਰਾਫਟ ਬਣੇ ਇਸ ਨਾਟਕ ਦੇ। ਸੋਲੋ ਨਾਟਕ ਲਿਖਣਾ ਸੱਚਮੁੱਚ ਬਹੁਤ ਮੁਸ਼ਕਿਲ ਹੁੰਦਾ ਹੈ। ਇੱਕ ਐਕਟਰ ਵਾਸਤੇ ਤਾਂ ਔਖਾ ਹੁੰਦਾ ਹੀ ਹੁੰਦਾ ਹੈ, ਪਰ ਜਦੋਂ ਇੱਕ ਐਕਟਰ ਰਾਈਟਰ ਨੂੰ ਕਹਿੰਦਾ ਹੈ ਤਾਂ ਰਾਈਟਰ ਸੋਚਾਂ 'ਚ ਪੈ ਜਾਂਦਾ, ਮੈਂ ਲਿਖਾਂ ਕਿਵੇਂ ਹੁਣ।
ਸੋ ਤੁਸੀਂ ਨਾਟਕ ਉਹਨਾਂ ਕੋਲੋਂ ਲਿਖਵਾਉਂਦੇ ਹੋ ਜਾਂ ਉਹ ਨਾਟਕ ਲਿਖਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਖੇਡਦੇ ਹੋ? ਬਿਲਕੁਲ ਇਹ ਨਾਟਕ ਮਤਲਬ ਮੈਂ ਲਿਖਵਾਇਆ ਉਹਨਾਂ ਤੋਂ। ਅੱਛਾ। ਕਿਉਂਕਿ ਮੇਰੇ ਦਿਮਾਗ 'ਚ ਕਈ ਇਸ਼ੂਜ਼ ਜਦੋਂ ਹੁੰਦੇ ਆ ਤਾਂ ਅਸੀਂ ਜਦੋਂ ਡਿਸਕਸ ਕਰਦੇ ਹਾਂ ਤਾਂ ਫਿਰ ਲੱਗਦਾ ਹੈ ਕਿ ਤੁਹਾਡੇ ਕੋਲ ਇੱਕ ਕਲਮ ਹੈ, ਮੇਰੇ ਕੋਲ ਇੱਕ ਕਲਾ ਹੈ, ਤੇ ਕਲਮ ਤੇ ਕਲਾ ਜਿਹੜੀ ਹੈਗੀ ਉਹ ਦੋਨੋਂ ਜਦੋਂ ਮੰਚ ਦੇ ਉੱਤੇ ਜਾਣਗੇ ਤਾਂ ਲੋਕਾਂ ਤੱਕ ਕੋਈ ਸੁਨੇਹਾ ਲੈ ਕੇ ਜਾਣਗੇ। ਸੋ ਇਸ ਕਰਕੇ ਅਸੀਂ ਡਿਸਕਸ ਕਰਕੇ ਹੀ ਨਾਟਕ ਲਿਖਦੇ ਹਾਂ। ਕੁਛ ਉਹ ਵਧੀਆ ਪੜ੍ਹਦੇ ਆ, ਮੈਂ ਉਹਦੇ ਤੇ ਕੰਮ ਕਰਨਾ ਚਾਹੁੰਦੀ ਹੁੰਦੀ ਹਾਂ, ਕੁਛ ਮੈਂ ਵਧੀਆ ਪੜ੍ਹਦੀ ਹਾਂ, ਫਿਰ ਮੈਂ ਉਹਨਾਂ ਨਾਲ ਡਿਸਕਸ ਕਰਦੀ ਹਾਂ, ਕੁਛ ਉਹ ਉਹਦੇ ਤੇ ਕੰਮ ਕਰਨਾ ਚਾਹੁੰਦੇ ਹੁੰਦੇ ਆ। ਸੋ ਸਾਡਾ ਦੋਨਾਂ ਦਾ ਜਿਹੜਾ ਇਹ ਸਾਥ ਸੱਚੀ ਮੁੱਚੀ ਚੰਗਾ ਚੱਲ ਰਿਹਾ। ਸ਼ਬਦੀਸ਼ ਦੇ ਲਿਖੇ ਹੋਰ ਨਾਟਕ ਵੀ ਤੁਸੀਂ ਖੇਡੇ ਨੇ? ਬਹੁਤ ਸ਼ਬਦੀਸ਼ ਨੇ ਕਾਫੀ ਨਾਟਕ ਲਿਖੇ ਨੇ। ਚਿੜੀ ਦੀ ਅੰਬਰ ਵੱਲ ਉਡਾਨ ਸਕ੍ਰਿਪਟ ਉਹਨਾਂ ਦੀ ਹੈ, ਡਾਕਟਰ ਗੁਰਮਿੰਦਰ ਸਿੱਧੂ ਜੀ ਦੀਆਂ ਕਵਿਤਾਵਾਂ ਦੇ ਉੱਤੇ ਆਧਾਰਿਤ ਉਹ ਨਾਟਕ ਸੀ। ਔਰ ਕਥਾ ਰਿੜਦੇ ਪਰਿੰਦੇ ਦੀ ਉਹਨਾਂ ਦਾ ਆਪਣਾ ਨਾਟਕ ਹੈ। ਨਟੀ ਬਿਨੋਦਨੀ ਬੰਗਾਲੀ ਥੀਏਟਰ ਆਰਟਿਸਟ ਸੀਗੀ, ਉਹਦੀ ਲਾਈਫ ਦੇ ਉੱਤੇ ਹੈ। ਔਰ ਮਨ ਮਿੱਟੀ ਦਾ ਬੋਲਿਆ ਉਹਨਾਂ ਦਾ ਹੀ ਨਾਟਕ ਹੈ। ਗੁੰਮਸ਼ੁਦਾ ਔਰਤ ਉਹਨਾਂ ਦਾ ਹੀ ਨਾਟਕ ਹੈ। ਅੱਛਾ, ਇਹ ਮੈਨੂੰ ਦੱਸੋ ਕਿ ਤੁਹਾਡੇ ਸਾਰੇ ਨਾਟਕ ਔਰਤ ਪ੍ਰਧਾਨ ਤੇ ਔਰਤ ਦੀਆਂ ਸਮੱਸਿਆਵਾਂ, ਔਰਤ ਦੀਆਂ ਭਾਵਨਾਵਾਂ ਪ੍ਰਗਟਾਉਂਦੇ ਨੇ ਹਰ ਨਾਟਕ ਦੇ ਵਿੱਚ, ਪਰ ਇੱਕ ਵੱਖਰਾ ਐਂਗਲ ਹੁੰਦਾ। ਇਹ ਕਿਸ ਤਰ੍ਹਾਂ ਪੋਸੀਬਲ ਹੁੰਦਾ? ਜਦੋਂ ਇੱਕ ਨਾਟਕ ਅਸੀਂ ਦੇਖਦੇ ਹਾਂ, ਚਿੜੀ ਦੀ ਅੰਬਰ ਵੱਲ ਉਡਾਨ ਦੇਖਦੇ ਹਾਂ, ਮਨ ਮਿੱਟੀ ਦਾ ਬੋਲਿਆ ਦੇਖਦੇ ਹਾਂ, ਐਂ ਲੱਗਦਾ ਕਿ ਸਾਰੀਆਂ ਹੀ ਗੱਲਾਂ ਹੋ ਗਈਆਂ ਇਹਦੇ ਵਿੱਚ। ਪਰ ਉਸ ਤੋਂ ਬਾਅਦ ਇੱਕ ਨਵਾਂ ਨਾਟਕ ਆਉਂਦਾ, ਉਹਦੇ ਵਿੱਚ ਅਗੇਨ ਵੱਖਰੇ ਐਂਗਲਸ ਤੋਂ ਔਰਤਾਂ ਦੀਆਂ ਹੋਰ ਸਮੱਸਿਆਵਾਂ ਆ ਜਾਂਦੀਆਂ ਨੇ। ਇਹ ਸਬੱਬ ਆ ਜਾਂ ਤੁਸੀਂ ਮਿੱਥ ਕੇ ਕਰਦੇ ਹੋ? ਨਵਜੋਤ ਜੀ, ਸਾਡੇ ਸੁਸਾਇਟੀ ਦੇ ਵਿੱਚ ਔਰਤਾਂ ਦੇ ਨਾਲ ਜੋ ਕੁਝ ਹੋ ਰਿਹਾ ਤੁਹਾਨੂੰ ਵੀ ਪਤਾ ਹੈ। ਔਰ ਇੱਕ ਐਂਗਲ ਤੇ ਕੰਮ ਕਰਨ ਦੀ ਲੋੜ ਨਹੀਂ ਹੈ, ਕਈ ਐਂਗਲਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਬੀਇੰਗ ਏ ਫੀਮੇਲ ਆਰਟਿਸਟ, ਨੈਚੁਰਲੀ ਮੇਰਾ ਰੁਝਾਨ ਉੱਧਰ ਹੋਏਗਾ ਹੀ ਹੋਏਗਾ। ਮੇਰੀ ਇੱਛਾ ਹੋਏਗੀ ਕਿ ਮੈਂ ਇਸ ਇਸ਼ੂ ਦੇ ਉੱਤੇ ਕੰਮ ਕਰਾਂ। ਸਾਡੇ ਸੁਸਾਇਟੀ ਦੇ ਵਿੱਚ, ਸਾਡੇ ਥੀਏਟਰ ਗਰੁੱਪ ਦੇ ਵਿੱਚ ਔਰ ਵੈਸੇ ਵੀ ਥੀਏਟਰ ਦੇ ਵਿੱਚ ਲੜਕੀਆਂ ਦਾ ਬਹੁਤ ਘੱਟ ਕੰਮ ਕਰਦੀਆਂ ਨੇ। ਅੱਜ ਦੀ ਡੇਟਸ ਦਾ ਕਾਫੀ ਫਰਕ ਹੈ, ਪਰ ਮੈਂ ਜਦ ਆਪਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਘੱਟ ਲੜਕੀਆਂ ਹੁੰਦੀਆਂ ਸੀ। ਤਾਂ ਉਦੋਂ ਵੀ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਬੀਇੰਗ ਏ ਫੀਮੇਲ ਤਾਂ ਬਹੁਤ ਜ਼ਿਆਦਾ ਕੁੜੀਆਂ ਚਾਹੀਦੀਆਂ ਥੀਏਟਰ ਦੇ ਵਿੱਚ, ਤੇ ਬੜੇ ਇਸ਼ੂ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਰੰਗਮੰਚ ਦੇ ਰਾਹੀਂ ਲੋਕਾਂ ਤੱਕ ਜਾ ਸਕਦੇ ਹਾਂ। ਸੋ ਇਸ ਕਰਕੇ ਮੇਰਾ ਤਾਂ ਮਤਲਬ ਸੋਚ ਸਮਝ ਕੇ ਵੀ ਹੁੰਦਾ ਹੈ, ਜੋ ਗਲਤ ਹੋ ਰਿਹਾ ਹੁੰਦਾ ਸਾਡੀ ਸੁਸਾਇਟੀ ਦੇ ਵਿੱਚ ਅਸੀਂ ਉਹਦੇ ਤੇ ਬੋਲਣਾ ਹੀ ਬੋਲਣਾ। ਸੋ ਰੰਗਕਰਮੀ ਹੋਣ ਦੇ ਨਾਤੇ ਤੁਹਾਡੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ। ਕਲਾਕਾਰ ਨੇ ਸਿਰਫ ਐਂਟਰਟੇਨ ਨਹੀਂ ਕਰਨਾ ਹੁੰਦਾ ਲੋਕਾਂ ਨੂੰ, ਕੁਛ ਦੇਣਾ ਵੀ ਹੁੰਦਾ, ਕੋਈ ਚੰਗੀ ਸੇਧ ਵੀ ਦੇਣੀ ਹੁੰਦੀ ਹੈ। ਮੇਰਾ ਜਿਹੜਾ ਰੰਗਮੰਚ ਹੈ, ਮੇਰਾ ਜਿਹੜਾ ਕੰਮ ਹੈ, ਮੈਂ ਸਿਰਫ ਐਂਟਰਟੇਨਮੈਂਟ ਵਾਸਤੇ ਕੰਮ ਨਹੀਂ ਕਰਦੀ। ਮੇਰੀ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਕਿ ਮੈਂ ਕੋਈ ਨਾ ਕੋਈ ਮੁੱਦਾ ਲੈ ਕੇ ਜਾਵਾਂ ਲੋਕਾਂ ਦੇ ਵਿੱਚ। ਜੇ ਮੈਂ ਕੋਈ ਨਾਟਕ ਕਰਨਾ ਹੈ ਤਾਂ ਸ਼ਾਇਦ ਇਹ ਕਿਤੇ ਨਾ ਕਿਤੇ ਮੈਨੂੰ ਗੁਰਸ਼ਨ ਭਾਜੀ ਦੀ ਬਦੌਲਤ ਹੀ ਇਹ ਸੋਚ ਮਿਲੀ ਹੋਈ ਹੈ। ਅਨੀਤਾ, ਤੁਸੀਂ ਸੁਚੇਤਕ ਰੰਗਮੰਚ ਮੋਹਾਲੀ ਜਿਹੜਾ ਤੁਹਾਡਾ ਉਹ ਇੱਕ ਐਕਟਿੰਗ ਦਾ ਸਕੂਲ ਵੀ ਚੱਲ ਰਿਹਾ ਹੈਗਾ, ਤੁਸੀਂ ਕੁੜੀਆਂ ਦੀ ਗੱਲ ਕੀਤੀ ਹੈ, ਕਿੰਨੀਆਂ ਕੁੜੀਆਂ ਆ ਰਹੀਆਂ ਐਕਟਿੰਗ ਦੇ ਵਿੱਚ? ਮੇਰੇ ਕੋਲ ਕਾਫੀ ਲੜਕੀਆਂ ਨੇ ਕੰਮ ਕਰ ਰਹੀਆਂ ਨੇ ਇਹਦੇ ਵਿੱਚ, ਥੀਏਟਰ ਦੇ ਵਿੱਚ। ਪਰ ਜਿਹੜੇ ਬੱਚੇ ਮੇਰੇ ਕੋਲ, ਮੇਰਾ ਹੈ ਸੁਚੇਤਕ ਸਕੂਲ ਆਫ ਐਕਟਿੰਗ। ਅੱਛਾ। ਜਿਹੜੇ ਬੱਚੇ ਮੇਰੇ ਕੋਲ ਐਕਟਿੰਗ ਸਿੱਖਣ ਲਈ ਆਉਂਦੇ ਨੇ ਉਹ ਜ਼ਿਆਦਾਤਰ ਬੱਚੇ ਉਹ ਹੁੰਦੇ ਨੇ ਜਿਹੜੇ ਫਿਲਮ ਲਾਈਨ ਵਿੱਚ ਜਾਣਾ ਚਾਹੁੰਦੇ ਨੇ, ਸਿਰਫ ਥੀਏਟਰ ਦੇ ਵਿੱਚ ਨਹੀਂ। ਅੱਛਾ। ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਪ੍ਰੈਕਟਿਸ ਸਿਰਫ ਥੀਏਟਰ 'ਚ ਹੀ ਕਰਵਾ ਸਕਦੀ ਹਾਂ, ਫਿਲਮ ਦੇ ਵਿੱਚ ਕੋਈ ਪ੍ਰੈਕਟਿਸ ਨਹੀਂ ਕਰਵਾਈ ਜਾ ਸਕਦੀ ਹੁੰਦੀ। ਸੋ ਮੇਰੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਜਿੰਨਾ ਮੈਂ ਵੱਧ ਤੋਂ ਵੱਧ ਇਹਨਾਂ ਨੂੰ ਥੀਏਟਰ ਦੇ ਨਾਲ ਜੋੜ ਸਕਾਂ। ਔਰ ਬੱਚੇ ਮੇਰੇ ਨਾਲ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਮੇਰਾ ਤਾਂ ਸਿਰਫ 3 ਮਹੀਨੇ ਦਾ ਕੋਰਸ ਹੈ ਐਕਟਿੰਗ ਸਕੂਲ ਦਾ, ਪਰ ਮੇਰੇ ਕੋਲ 3 ਸਾਲ ਤੋਂ ਬੱਚੇ ਕੰਟੀਨਿਊ ਨੇ ਕੰਮ ਕਰ ਰਹੇ। ਸੋ ਥੀਏਟਰ ਦੇ ਵਿੱਚ ਜਿਹੜੇ ਬੱਚੇ ਇੰਟਰਸਟ ਰੱਖਦੇ ਨੇ ਉਹ ਕੰਟੀਨਿਊ ਰਹਿੰਦੇ ਨੇ, ਉਹ ਕੰਮ ਕਰਦੇ ਨੇ। ਤੇ ਲੜਕੀਆਂ ਕਾਫੀ ਨੇ, ਹੁਣ ਕੋਈ ਦਿੱਕਤ ਨਹੀਂ ਹੈ ਮੈਨੂੰ। ਜਿਸ ਤਰ੍ਹਾਂ ਦੀ ਇਹ ਥੀਏਟਰ ਦੀ ਤੁਸੀਂ ਗੱਲ ਕਰਦੇ ਹੋ, ਜਾਂ ਜਿਹੋ ਜਿਹਾ ਮੈਂ ਤੁਹਾਡਾ ਥੀਏਟਰ ਦੇਖਿਆ, ਇਹ 'ਚ ਚੈਲੰਜ ਬਹੁਤ ਵੱਡਾ, ਸਮੱਸਿਆਵਾਂ ਜਿਸ ਢੰਗ ਦੇ ਨਾਲ ਟੱਚ ਕੀਤੀਆਂ ਜਾਂਦੀਆਂ, ਤੁਹਾਡੇ ਬਹੁਤ ਸਿੰਪਲ ਜਿਹਾ ਤੁਹਾਡਾ ਸੈੱਟ ਹੁੰਦਾ, ਬਹੁਤ ਸਭ ਕੁਝ ਸਧਾਰਨ ਹੁੰਦਾ, ਪਰ ਇੱਕ ਵਾਰੀ ਕੀਲ ਕੇ ਰੱਖ ਲੈਂਦੇ ਹੋ ਤੁਸੀਂ, ਬੰਨ੍ਹ ਕੇ ਰੱਖ ਲੈਂਦੇ ਹੋ। ਜਿੰਨੀ ਵਾਰੀ ਮੈਂ ਨਾਟਕ ਦੇਖਿਆ, ਹਰ ਵਾਰੀ ਮੈਂ ਇਹ ਮਹਿਸੂਸ ਕੀਤਾ। ਉਸ ਤੋਂ ਬਾਅਦ ਬਾਕੀ ਲੋਕਾਂ ਨਾਲ ਵੀ ਗੱਲ ਕਰਨ ਦਾ ਮੌਕਾ ਜਦੋਂ ਮਿਲਦਾ ਤਾਂ ਇਹੀ ਹੁੰਦਾ, ਕਹਿੰਦੇ ਕਿ ਵੀ ਯਕੀਨ ਨਹੀਂ ਹੋ ਰਿਹਾ ਕਿ ਸਾਡੇ ਸਾਹਮਣੇ ਇਹ ਸਭ ਕੁਝ ਹੋਇਆ। ਪਰ ਇੰਡੀਆ ਦੇ ਵਿੱਚ ਖਾਸ ਕਰਕੇ ਮੈਂ ਜੇ ਪੰਜਾਬ ਦਾ ਜ਼ਿਕਰ ਤੁਹਾਡੇ ਨਾਲ ਕਰਾਂ, ਰੰਗਮੰਚ ਦੇ ਬਹੁਤ ਸਾਰੇ ਗਰੁੱਪ ਹੈਗੇ ਆ। ਦੂਜੇ ਪਾਸੇ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਉੱਥੇ ਕਲਾਕਾਰਾਂ ਦੀ ਜਾਂ ਜਿਹੜੇ ਪ੍ਰੋਗਰੈਸਿਵ ਲੋਕ ਆ ਉਹਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੁਹਾਡੇ ਨਾਟਕਾਂ ਦੇ ਵਿੱਚ ਤਾਂ ਬਹੁਤ ਇਹੋ ਜਿਹੀਆਂ ਗੱਲਾਂ ਹੁੰਦੀਆਂ, ਕਦੇ ਤੁਹਾਨੂੰ ਵੀ ਕੋਈ ਚੈਲੰਜ ਆਇਆ? ਮੈਂ
ਕਦੀ ਪਰਵਾਹ ਨਹੀਂ ਕੀਤੀ ਇਸ ਗੱਲ ਦੀ। ਔਰ ਸ਼ਬਦੀਸ਼ ਤਾਂ ਬਿਲਕੁਲ ਹੀ ਨਹੀਂ ਕਰਦੇ। ਸ਼ਬਦੀਸ਼ ਨੇ ਨਾਟਕ ਲਿਖਿਆ ਸੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਜੇ ਹੁਣ ਵੀ ਨਾ ਬੋਲੇ। ਅੱਛਾ। ਉਸ ਨਾਟਕ ਦੇ ਵਿੱਚ ਬਿਲਕੁਲ ਡਾਇਰੈਕਟ ਨਾਮ ਲੈ ਕੇ ਉਹਨਾਂ ਨੇ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਸੀ, ਤੇ ਇੱਕ ਦਰਸ਼ਕ ਸਾਡੇ ਕੋਲ ਆ ਕੇ ਬਹੁਤ ਮਤਲਬ ਉਹਨਾਂ ਨੇ ਇਤਰਾਜ਼ ਕੀਤਾ ਇਸ ਗੱਲ ਦਾ। ਅੱਛਾ। ਉਹਨਾਂ ਨੇ ਕਿਹਾ ਕਿ ਸ਼ਬਦੀਸ਼ ਜੀ, ਜੇ ਤੁਸੀਂ ਬਿਨਾਂ ਨਾਮ ਲਏ ਬਿਨਾਂ ਗੱਲ ਕਹਿ ਦਵੋ ਤਾਂ ਜ਼ਿਆਦਾ ਠੀਕ ਨਹੀਂ ਹੈ। ਤੇ ਸ਼ਬਦੀਸ਼ ਨੇ ਇੱਕੋ ਗੱਲ ਕੀ ਸੀ ਜੀ, ਜੇ ਹੁਣ ਵੀ ਨਾ ਬੋਲੇ। ਮੇਰੇ ਨਾਟਕ ਦਾ ਨਾਮ ਹੀ ਇਹੀ ਹੈ। ਤਾਂ ਹੁਣ ਤਾਂ ਵਕਤ ਹੈ ਕਿ ਡਾਇਰੈਕਟ ਨਾਮ ਲੈ ਕੇ ਜੋ ਗਲਤ ਹੈ ਉਹਨੂੰ ਬੋਲਣ ਦੀ ਲੋੜ ਹੈ। ਸੋ ਇਸ ਕਰਕੇ ਅਸੀਂ, ਹਾਂ ਠੀਕ ਹੈ ਕਿ ਬੀਇੰਗ ਏ ਆਰਟਿਸਟ ਸਾਨੂੰ ਕਈ ਵਾਰੀ ਕੋਈ ਇਸ ਤਰ੍ਹਾਂ ਦਾ ਵੀ ਆ ਜਾਂਦਾ ਕਿ ਸਾਨੂੰ ਸ਼ੋਅ ਨਹੀਂ ਮਿਲਣਗੇ, ਤੇ ਨਾ ਮਿਲਣ ਕੋਈ ਗੱਲ ਨਹੀਂ। ਮਤਲਬ ਕਈ ਵਾਰੀ ਇਹੋ ਜਿਹੀ ਦਿੱਕਤ ਆਉਂਦੀ ਹੈ ਵੀ ਤੁਹਾਡਾ ਸ਼ੋਅ ਉੱਥੇ ਨਹੀਂ ਕਰਵਾਇਆ ਜਾ ਸਕਦਾ, ਫਲਾਣੀ ਜਗ੍ਹਾ ਨਹੀਂ ਹੋ ਸਕਦਾ, ਟਮਕਾਣੀ ਜਗ੍ਹਾ ਨਹੀਂ ਹੋ ਸਕਦਾ, ਤਾਂ ਉਹ ਕਿਤੇ ਨਾ ਕਿਤੇ ਖੜੋਤ ਉਹਦੀ ਉਸ ਗੱਲ ਦੀ ਰੋਕ ਲੱਗਦੀ ਹੈ ਸਾਨੂੰ। ਪਰ ਕੋਈ ਐਡੀ ਗੱਲ ਨਹੀਂ। ਅਸੀਂ ਤਾਂ ਹੁਣ ਜੋ ਰੰਗਮੰਚ ਤਾਂ ਆਪਣੇ ਆਪ ਦੇ ਵਿੱਚ ਐਡੀ ਵੱਡੀ ਤਾਕਤ ਹੈ, ਤੇ ਫਿਰ ਉਹਨਾਂ ਤਾਕਤਾਂ ਤੋਂ ਡਰਨ ਦੀ ਕੀ ਲੋੜ ਹੈ ਸਾਨੂੰ। ਰੰਗਮੰਚ ਦੀ ਗੱਲ ਚੱਲੇ ਤਾਂ ਰੰਗਾਂ ਦੀ ਗੱਲ ਕਿਉਂ ਨਾ ਚੱਲੇ। ਫਿਲਮ ਆਈ ਸੀ ਪਿੱਛੇ ਜਿਹੇ ਇੱਕ, ਜਿਸ ਫਿਲਮ ਦੇ ਇੱਕ ਗੀਤ ਤੇ ਬਹੁਤ ਵੱਡਾ ਇੰਡੀਆ ਦੇ ਵਿੱਚ ਇਤਰਾਜ਼ ਹੋਇਆ ਸੀ, ਬੇਸ਼ਰਮ ਰੰਗ। ਕਿ ਫਿਲਮ ਦੀ ਹੀਰੋਇਨ ਨੇ ਕਿਸ ਰੰਗ ਦੇ ਕੱਪੜੇ ਪਾਏ ਹੋਏ ਆ, ਤੇ ਫਿਲਮ ਦੇ ਹੀਰੋ ਨੇ ਕਿਸ ਰੰਗ ਦੇ ਕੱਪੜੇ ਪਾਏ ਹੋਏ ਆ, ਕਿ ਉਹ ਕਿਹੜੇ ਧਰਮ ਦੇ ਨਾਲ ਸੰਬੰਧਿਤ ਆ, ਤਾਂ ਜੋ ਹੀਰੋਇਨ ਆ ਕਿਹੜੇ ਧਰਮ ਦੇ ਨਾਲ ਸੰਬੰਧਿਤ ਆ। ਇਸ ਹੱਦ ਤੱਕ ਉਹ ਇੰਟਰਪ੍ਰੀਟੇਸ਼ਨ ਕੀਤੀ ਗਈ। ਇੰਨੀ ਡੂੰਘਾਈ 'ਚ ਜਾ ਕੇ ਲੋਕ ਫਿਲਮਾਂ ਦੇਖਦੇ ਆ, ਗਾਣੇ ਦੇਖਦੇ ਆ। ਮੈਂ ਇਸ ਗੱਲ ਤੋਂ ਹੈਰਾਨ ਆ ਕਿ ਉਹ ਰੰਗ ਦੇ ਮਸਲੇ 'ਤੇ ਐਡਾ ਵਿਵਾਦ ਛਿੜ ਗਿਆ, ਉਹ ਦੁਨੀਆ ਲੈਵਲ ਤੱਕ ਗੱਲ ਪਹੁੰਚ ਗਈ। ਪਰ ਰੰਗਮੰਚ ਦੀਆਂ ਇੰਨੀਆਂ ਸਖਤ ਗੱਲਾਂ ਉਹ ਕਿੰਨੀਆਂ ਕੁ ਅਸਰਦਾਰ ਸਾਬਤ ਹੋ ਰਹੀਆਂ ਨੇ, ਜਾਂ ਕਿੰਨੀਆਂ ਕੁ ਉਹ ਪਹੁੰਚਦੀਆਂ ਨੇ ਆਮ ਲੋਕਾਂ ਤੱਕ? ਇਹ ਬੜੀ ਇੰਟਰਸਟਿੰਗ ਗੱਲ ਹੋਏਗੀ ਤੁਹਾਡੇ ਕੋਲ ਜਾਣਨੀ। ਬਿਲਕੁਲ ਪਹੁੰਚਦੀਆਂ ਜੀ, ਬਿਲਕੁਲ। ਤੁਸੀਂ ਉਹ ਜਿਹੜਾ ਮਤਲਬ ਜੇ ਮੈਂ ਉਸੇ ਦਾ ਜ਼ਿਕਰ ਕਰਾਂ ਤਾਂ ਉਹ ਤਾਂ ਬਹੁਤ ਇੱਕ ਵਿਵਾਦ ਛਿੜਿਆ ਸੀਗਾ, ਪਰ ਜਦੋਂ ਫਿਲਮ ਆਈ ਹੈ ਤਾਂ ਰੰਗ ਉਸੇ ਤਰ੍ਹਾਂ ਸੀਗਾ। ਫਿਰ ਵਿਵਾਦ ਛਿੜਨ ਦਾ ਮਤਲਬ ਕੀ ਸੀਗਾ? ਜਾਂ ਤਾਂ ਉਹ ਕੱਟਿਆ ਹੁੰਦਾ ਸੀਨ, ਜਾਂ ਉਹਦਾ ਕੁਝ ਚੇਂਜ ਕੀਤਾ ਹੁੰਦਾ ਕਲਰ, ਕੁਝ ਵੀ ਨਹੀਂ, ਸਭ ਕੁਝ ਉਸੇ ਤਰ੍ਹਾਂ। ਦੇਖੋ, ਜੇ ਜੋ ਅਸੀਂ ਕਰਨਾ ਹੈ ਨਾ, ਜੋ ਅਸੀਂ ਸੋਚ ਲਿਆ ਕਿ ਅਸੀਂ ਕਰਨਾ ਹੈ, ਤਾਂ ਉਹ ਕਰਨਾ ਹੀ ਕਰਨਾ ਹੈ। ਅਸੀਂ ਉਹਨਾਂ ਤੋਂ ਡਰ ਕੇ ਜਾਂ ਉਹਨਾਂ ਤੋਂ ਕਿਸੇ ਗੱਲ ਦੇ ਉੱਤੇ ਅਸੀਂ ਰੁਕ ਨਹੀਂ ਸਕਦੇ। ਦੂਜੀ ਗੱਲ ਇਹ ਹੈ ਕਿ ਜੋ ਅਸੀਂ ਨਾਟਕ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਉਹ ਦਰਸ਼ਕਾਂ ਤੱਕ ਜਾਂਦਾ ਹੈ, ਉਹਦਾ ਅਸਰ ਵੀ ਪੈਂਦਾ ਹੈ। ਉਹਦਾ ਅਸਰ ਸਾਨੂੰ ਬੜੀ ਵਾਰੀ ਦੇਖਣ ਨੂੰ ਮਿਲਿਆ, ਬੜੀ ਵਾਰੀ। ਸ਼ਾਇਦ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਵੀ ਕੀਤੀ ਸੀ ਕਿ ਇੱਕ ਵਾਰੀ ਮੈਂ ਇੰਗਲੈਂਡ ਦੇ ਵਿੱਚ ਇੱਕ ਨਾਟਕ ਕੀਤਾ ਸੀਗਾ, ਤਾਂ ਉਸ ਨਾਟਕ ਦੇ ਵਿੱਚ, ਨਾਟਕ ਤੋਂ ਬਾਅਦ ਚਿੜੀ ਦੇ ਅੰਬਰ ਵੱਲ ਉਡਾਨ ਨਾਟਕ ਸੀ। ਉਸ ਨਾਟਕ ਤੋਂ ਬਾਅਦ ਇੱਕ ਬਜ਼ੁਰਗ ਔਰਤ ਮੇਰੇ ਕੋਲ ਆਉਂਦੀ ਹੈ, ਜੱਫੀ ਪਾਉਂਦੀ ਹੈ ਤੇ ਰੋ ਰਹੀ ਹੈ ਬਹੁਤ ਬੁਰੀ ਤਰ੍ਹਾਂ। ਮੈਨੂੰ ਲੱਗ ਰਿਹਾ ਕਿ ਨਾਟਕ ਇਮੋਸ਼ਨਲ ਕਰ ਰਿਹਾ ਹੈ ਸ਼ਾਇਦ ਇਸ ਕਰਕੇ। ਪਰ ਉਦੋਂ ਬਾਅਦ ਉਹਨਾਂ ਦਾ ਇੱਕ ਲਾਈਨ ਮੈਨੂੰ ਅੱਜ ਤੱਕ ਨਹੀਂ ਭੁੱਲਦੀ, ਬੇਟਾ ਅੱਜ ਤੋਂ ਬਾਅਦ ਮੈਂ ਧੀ ਤੇ ਪੁੱਤ 'ਚ ਕਦੇ ਫਰਕ ਨਹੀਂ ਸਮਝੂੰਗੀ। ਵਾਹ, ਅੱਛਾ। ਸੋ ਇਹ ਨਾਟਕ ਦੀ ਤਾਕਤ ਸੀ ਕਿ ਨਾਟਕ ਲੋਕਾਂ ਤੱਕ ਗਿਆ। ਉਹਨਾਂ ਦੇ ਜੇ 60-70 ਸਾਲ ਦੀ ਔਰਤ ਦੇ ਮਾਈਂਡ ਨੂੰ ਚੇਂਜ ਕੀਤਾ ਜਾ ਸਕਦਾ ਹੈ, ਤਾਂ ਕਿਉਂ ਨਹੀਂ ਨਾਟਕ ਬਹੁਤ ਕੁਝ ਗਲਤ ਹੈ ਜੋ ਹੋ ਰਿਹਾ ਉਹਨੂੰ ਠੀਕ ਕਰ ਸਕਦਾ। ਅਨੀਤਾ, ਤੁਸੀਂ ਫਿਲਮਾਂ ਵੀ ਕਰਦੇ ਹੋ ਜੀ, ਨਾਟਕ ਵੀ ਕਰਦੇ ਹੋ, ਪਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਫਿਲਮ ਦੇ ਵਿੱਚ ਜਿੱਡਾ ਮਰਜ਼ੀ ਵੱਡਾ ਰੋਲ ਆ ਜਾਂ ਛੋਟਾ ਰੋਲ ਆ, ਜਿੰਨੀ ਦੇਰ ਵੀ ਤੁਸੀਂ ਪਰਦੇ 'ਤੇ ਹੈਗੇ ਹੋ, ਸਕਰੀਨ 'ਤੇ ਹੈਗੇ ਹੋ, ਲੋਕਾਂ ਦੇ ਜ਼ਿਆਦਾ ਮਨਾਂ ਦੇ ਵਿੱਚ ਵਸ ਜਾਂਦੇ ਹੋ। ਜਦੋਂ ਇੱਕ ਕਲਾਕਾਰ ਦੇ ਲਈ ਇੱਕ ਫਿਲਮ ਦੇ ਵਿੱਚ ਕੰਮ ਕਰਨਾ, ਉਸ ਤੋਂ ਬਾਅਦ ਜਾਂ ਉਹਦੇ ਪੈਰਲਲ ਸਟੇਜ 'ਤੇ ਆਪਣੀ ਪ੍ਰੈਜ਼ੈਂਸ ਬਣਾਈ ਰੱਖਣੀ, ਇਹ ਬਹੁਤ ਵੱਡਾ ਫਰਕ ਹੈ ਇਸ ਚੀਜ਼ ਦਾ। ਕਿਉਂਕਿ ਮੈਂ ਤੁਹਾਡਾ ਇਹ ਜਿਹੜਾ ਗੁੰਮਸ਼ੁਦਾ ਔਰਤ ਨਾਟਕ ਦੇਖਿਆ, ਘੰਟਿਆਂ ਬੱਧੀ ਤੁਸੀਂ ਸਟੇਜ 'ਤੇ ਇਕੱਲੇ ਤੁਸੀਂ ਦਰਜਨਾਂ ਪਾਤਰ ਪਲੇ ਕਰ ਰਹੇ ਹੋ। ਉਹਦੇ ਪਿੱਛੇ ਜਿਹੜੀ ਮਿਹਨਤ ਆ ਥੋੜ੍ਹੀ ਜਿਹੀ, ਉਹ ਸਾਡੇ ਸੁਣਨ ਵਾਲਿਆਂ ਨਾਲ ਜ਼ਰੂਰ ਸਾਂਝੀ ਕਰੋ, ਕਿਉਂਕਿ ਮੈਂ ਖੁਦ ਹੀ ਮਹਿਸੂਸ ਕਰਦੀ ਹੁੰਦੀ ਹਾਂ, ਮੇਰੇ ਲਈ ਇੱਕ ਸ਼ੇਅਰ ਯਾਦ ਕਰਨਾ ਵੀ ਔਖਾ ਹੋ ਜਾਂਦਾ। ਤੁਸੀਂ ਪੂਰੀ ਦੀ ਪੂਰੀ ਸਕ੍ਰਿਪਟ ਯਾਦ ਕਰਦੇ ਹੋ ਅਤੇ ਫਿਰ ਉਹਨੂੰ ਡਿਲੀਵਰ ਕਰਦੇ ਹੋ, ਉਹਦੇ ਵਿੱਚ ਨਾਲ ਤੁਸੀਂ ਇਮੋਸ਼ਨਸ ਪਾ ਰਹੇ ਹੋ। ਸੋਲੋ ਪਲੇ, ਇਟਸ ਸੋ ਚੈਲੰਜਿੰਗ। ਬਿਲਕੁਲ ਚੈਲੰਜਿੰਗ ਹੈ ਜੀ ਮੇਰੇ ਲਈ। ਇਸ ਨਾਟਕ ਦੀ ਜੇ ਮੈਂ ਗੱਲ ਕਰਾਂ ਤਾਂ ਜਦੋਂ ਮੈਂ ਇੱਧਰ ਆਉਣਾ ਸੀ ਇਸ ਕੈਨੇਡਾ ਫੇਰੀ ਦੇ ਉੱਤੇ, ਤਾਂ ਮੈਂ ਦਿੱਲੀ ਰੋਡ 'ਤੇ ਇੱਕ ਹਾਦਸਾ ਪਾਲੀ ਜੀ ਦਾ ਨਾਟਕ ਲੈ ਕੇ ਆ ਰਹੀ ਸੀ, ਪਰ ਇੱਕ ਜਗ੍ਹਾ ਦੇ ਉੱਤੇ ਡਿਮਾਂਡ ਹੋਈ ਕਿ ਸਾਨੂੰ ਕੁਛ ਹੋਰ ਕੋਈ ਨਾਟਕ ਸਾਨੂੰ ਦੱਸੋ, ਤੁਸੀਂ ਕਿਹੜਾ ਕਰ ਸਕਦੇ ਹੋ। ਤਾਂ ਇਹ ਇਸ਼ੂ ਮੇਰੇ ਦਿਮਾਗ ਦੇ ਵਿੱਚ ਸੀਗਾ ਜੋ ਮੈਂ ਇਸ ਨਾਟਕ ਦੇ ਵਿੱਚ ਲਿਆਂਦਾ ਹੋਇਆ, ਪਰ ਉਹ ਇਹ ਨਹੀਂ ਸੀਗਾ ਕਿ ਅਸੀਂ ਹੁਣੇ ਹੀ ਖੇਡਾਂਗੇ। ਪਰ ਚਲੋ ਪਲਾਨ ਬਣ ਗਿਆ ਕਿ ਮੈਂ ਆ ਗਈ, ਨਾਟਕ ਲਿਖਿਆ ਗਿਆ, ਮੈਂ ਰਿਹਰਸਲਾਂ ਵੀ ਉੱਥੇ ਕੀਤੀਆਂ। ਸੋਲੋ ਨਾਟਕ ਦੀਆਂ
ਰਿਹਰਸਲਸ ਕਰਨਾ ਵੀ ਬਹੁਤ ਔਖਾ ਹੁੰਦਾ ਹੈ ਕਿਉਂਕਿ ਸਭ ਦਾ ਨਾ ਇੱਕੋ ਹੀ ਡਾਇਲੌਗ ਹੁੰਦਾ ਹੈ ਮੇਰੀ ਟੀਮ ਦੇ ਵਿੱਚ ਜੀ ਮੇਰੇ ਆਲੇ ਦੁਆਲੇ ਦੇ ਸਾਰਿਆਂ ਦਾ ਕਿ ਤੂੰ ਤਾਂ ਕਰ ਹੀ ਲੈਣਾ ਇਦਾਂ ਨਹੀਂ ਹੁੰਦਾ ਤੂੰ ਤਾਂ ਕਰ ਹੀ ਲਏਂਗੀ ਅੱਛਾ ਹਾਂ ਮੈਨੂੰ ਵੀ ਤਾਂ ਰਿਹਰਸਲ ਦੀ ਲੋੜ ਹੈ ਨਾ ਬਿਨਾਂ ਰਿਹਰਸਲ ਤੋਂ ਕੋਈ ਵੀ ਕਲਾਕਾਰ ਕੁਝ ਨਹੀਂ ਹੈ ਭਾਵੇਂ 50 ਸਾਲ ਤੋਂ ਥੀਏਟਰ ਕਰਦਾ ਹੋਵੇ ਬਿਨਾਂ ਰਿਹਰਸਲ ਤੋਂ ਕੋਈ ਕੁਝ ਨਹੀਂ ਹੁੰਦਾ ਹੁਣ ਇੱਥੇ ਮੈਂ ਆ ਗਈ ਇੱਥੇ ਆਉਂਦਿਆਂ ਸਰ ਮੇਰਾ ਪਹਿਲਾ ਨਾਟਕ ਹੈ ਦਿੱਲੀ ਰੋਡ ਤੇ ਇੱਕ ਹਾਦਸਾ ਉਸ ਤੋਂ ਅਗਲੇ ਸ਼ੋਅ ਦੇ ਉੱਤੇ ਮੈਂ ਜਾਣਾ ਸੀ ਵਿਨੀਪੈਗ ਇਹੀ ਨਾਟਕ ਲੈ ਕੇ ਹੁਣ ਮੈਂ ਰਿਹਰਸਲਾਂ ਕਿੱਦਾਂ ਕੀਤੀਆਂ ਕਿਉਂਕਿ ਇੱਥੇ ਤਾਂ ਮੇਰਾ ਮੇਲ ਗੇਲ ਚੱਲ ਰਿਹਾ ਸਾਰਿਆਂ ਨਾਲ ਦੋਸਤਾਂ ਮਿੱਤਰਾਂ ਨਾਲ ਮਿਲਣੀਆਂ ਵੀ ਚੱਲ ਰਹੀਆਂ ਨਾਲ ਮੈਂ ਰਿਹਰਸਲ ਕਰਦੀ ਸੀ ਸਵੇਰੇ ਉੱਠ ਕੇ ਸ਼ਬਦੀਸ਼ ਦੇ ਨਾਲ ਇੰਡੀਆ ਤੋਂ ਅੱਛਾ ਉਹ ਉਧਰ ਸਕ੍ਰਿਪਟ ਫੜ ਕੇ ਬੈਠਦੇ ਨੇ ਤੇ ਮੈਂ ਇੱਧਰ ਫੋਨ ਦੇ ਉੱਤੇ ਸਵਾ ਘੰਟਾ ਲਗਾਤਾਰ ਆਪਣੀ ਪਰਫਾਰਮੈਂਸ ਕਰਦੀ ਆ ਇੱਧਰ ਤੇ ਮੈਂ ਬੈਡਰੂਮ ਦੇ ਵਿੱਚ ਹੀ ਜਿੱਥੇ ਵੀ ਮੈਂ ਹੁੰਦੀ ਉੱਥੇ ਰਿਹਰਸਲ ਕਰਦੇ ਹੋਏ ਮਤਲਬ ਛੋਟੀ ਜੀ ਮੂਵਮੈਂਟ ਜਿੰਨੀ ਕਿ ਮੈਂ ਲੈ ਸਕਦੀ ਆ ਉਨੀ ਕਿ ਮੈਂ ਲੈਂਦੀ ਸੋ ਮੇਰੀ ਰਿਹਰਸਲ ਇਸ ਨਾਟਕ ਦੀਆਂ ਇਸ ਤਰ੍ਹਾਂ ਚੱਲਦੀਆਂ ਨੇ ਔਖਾ ਹੁੰਦਾ ਨੋ ਡਾਊਟ ਕਿ ਤੁਸੀਂ ਜਦੋਂ ਖਾਸ ਕਰਕੇ ਜਦੋਂ ਤੁਸੀਂ ਪਹਿਲੀ ਦੂਜੀ ਪ੍ਰੋਡਕਸ਼ਨਸ ਕਰਨੀ ਹੁੰਦੀਆਂ ਨੇ ਨਾ ਉਦੋਂ ਤੁਹਾਡੇ ਦਿਮਾਗ 'ਚ ਇਹ ਹੁੰਦਾ ਕਿ ਜੋ ਮੈਂ ਚਾਹੁੰਦੀ ਸੀ ਉਹ ਤਾਂ ਮੈਂ ਲੈ ਗਈ ਮੰਚ ਤੇ ਉਹ ਰਾਈਟਰ ਵੀ ਲੈ ਆਇਆ ਆਪਣੀ ਲਿਖਤ ਵਿੱਚ ਪਰ ਲੋਕਾਂ ਤੱਕ ਜਾਊਗਾ ਕਿ ਨਹੀਂ ਜਾਊਗਾ ਲੋਕੀ ਉਸ ਚੀਜ਼ ਨੂੰ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ ਉਹ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਹੁੰਦਾ ਹੈ ਹਾਲਾਂਕਿ ਸਾਨੂੰ ਆਪਣੇ ਰੰਗਮੰਚ ਦੇ ਉੱਤੇ ਪੂਰਾ ਭਰੋਸਾ ਹੈ ਪਰ ਜਦ ਤੱਕ ਲੋਕਾਂ ਦਾ ਰਿਸਪੌਂਸ ਨਹੀਂ ਮਿਲ ਜਾਂਦਾ ਉਦੋਂ ਤੱਕ ਥੋੜੀ ਟੈਨਸ਼ਨ ਬਣੀ ਰਹਿੰਦੀ ਹੈ ਬਿਲਕੁਲ ਕਿਉਂਕਿ ਕੋਈ ਰੀਟੇਕ ਨਹੀਂ ਹੈ ਜੋ ਕੁਝ ਹੈ ਸਾਰਾ ਕੁਝ ਲਾਈਵ ਹੈ ਨਹੀਂ ਤਾਂ ਇੱਕ ਹੋਰ ਚੀਜ਼ ਦੱਸੋ ਇੱਕ ਸੋਲੋ ਨਾਟਕ ਤੁਸੀਂ ਘੰਟਾ ਸਵਾ ਘੰਟਾ ਦਾ ਤਿਆਰ ਕੀਤਾ ਲਗਾਤਾਰ ਉਹਦੀਆਂ ਰਿਹਰਸਲਸ ਚੱਲਦੀਆਂ ਨੇ ਉਹ ਤੁਹਾਡੇ ਦਿਲੋਂ ਦਿਮਾਗ ਤੇ ਛਾਇਆ ਹੋਇਆ ਦਿਨ ਰਾਤ ਜਿੱਦਾਂ ਤੁਸੀਂ ਉਹਦਾ ਸਿਮਰਨ ਕਰ ਰਹੇ ਹੋ ਹੈ ਨਾ ਉਹ ਸਕ੍ਰਿਪਟ ਨੂੰ ਇੱਕ ਜਗ੍ਹਾ ਤੇ ਖੇਡਿਆ ਦੂਸਰੀ ਤੇ ਤੀਸਰੀ ਤੇ ਹੁਣ ਇੱਕ ਨਵਾਂ ਨਾਟਕ ਆ ਗਿਆ ਵਿੱਚ ਹੁਣ ਉਹਨੂੰ ਤੁਸੀਂ ਹਜ਼ਮ ਕਰ ਲਿਆ ਪੂਰੀ ਤਰ੍ਹਾਂ ਜਜ਼ਬ ਕਰ ਲਿਆ ਆਪਣੇ ਅੰਦਰ ਜੀ ਤੀਸਰਾ ਆ ਗਿਆ ਚੌਥਾ ਆ ਗਿਆ ਜਦੋਂ ਹੁਣ ਪਹਿਲਾ ਨਾਟਕ ਫਿਰ ਖੇਡਣਾ ਪੈ ਰਿਹਾ ਜਾਂ ਦੂਸਰਾ ਨਾਟਕ ਫਿਰ ਦੁਬਾਰਾ ਖੇਡਣਾ ਕਦੇ ਇਸ ਤਰ੍ਹਾਂ ਤਾਂ ਨਹੀਂ ਲੱਗਾ ਕਿ ਹਾਰਡ ਡਿਸਕ ਭਰ ਗਈ ਆ ਇਹ ਜਿਹੜੀ ਹਾਰਡ ਡਿਸਕ ਹੈ ਨਾ ਜਿਹੜੀ ਧੁਰੋਂ ਆਈ ਹੋਈ ਹੈ ਉਹ ਬੜੀ ਪੱਕੀ ਹੈ ਐਕਚੁਅਲੀ ਹੁਣ ਮੇਰੇ ਨਾਲ ਇਸੇ ਤਰ੍ਹਾਂ ਹੋ ਰਿਹਾ ਹੁਣ ਮੈਂ ਕੈਨੇਡਾ ਫੇਰੀ ਕੰਪਲੀਟ ਕਰ ਦਿੱਤੀ ਲਾਸਟ ਟਾਈਮ ਜਦੋਂ ਮੈਂ ਇੱਥੇ ਆਈ ਸੀ ਤਾਂ ਮੈਂ ਮਨ ਮਿੱਟੀ ਦਾ ਬੋਲਿਆ ਨਾਟਕ ਖੇਡਿਆ ਸੀ ਹੁਣ ਮੈਂ ਇੱਥੋਂ US ਜਾ ਰਹੀ ਹਾਂ ਤਾਂ ਮੈਂ ਉਹ ਨਾਟਕ ਕਰਨਾ ਅੱਛਾ ਤੇ ਉੱਥੇ ਮੇਰਾ ਮਨ ਮਿੱਟੀ ਦਾ ਬੋਲਿਆ ਨਾਟਕ ਹੋ ਰਿਹਾ ਹੈ 2 ਜਗ੍ਹਾ ਦੇ ਉੱਤੇ ਤੇ ਮੈਨੂੰ ਹੁਣ ਬਿਲਕੁਲ ਆਪਣੀ ਜਿਹੜੀ ਇਹ ਫਲॉपी ਇਹਨੂੰ ਕੱਢ ਕੇ ਬਾਹਰ ਰੱਖਣਾ ਹੈ ਤੇ ਦੂਜੀ ਫਲॉपी ਨੂੰ ਪਾਉਣਾ ਹੈ ਸੋ ਚੈਲੰਜਿੰਗ ਹੁੰਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਜਿੱਦਾਂ ਕਿਹਾ ਕਿ ਰਿਹਰਸਲਾਂ ਕਰਨ ਲਈ ਇੱਥੇ ਮੈਨੂੰ ਉਸ ਟਾਈਪ ਦੀ ਟੀਮ ਨਹੀਂ ਹੈ ਮੇਰੇ ਕੋਲੇ ਕੱਲੀ ਨੇ ਮੈਂ ਕਰਨਾ ਹੈ ਬੈਕ ਸਟੇਜ ਵੀ ਕੱਲੀ ਨੇ ਕਰਨਾ ਹੈ ਔਨ ਸਟੇਜ ਵੀ ਜਾਣਾ ਹੈ ਸੋ ਉਹ ਸਾਰੀਆਂ ਦਿੱਕਤਾਂ ਮੇਰੇ ਕੋਲ ਨੇ ਔਰ ਮੈਂ ਇਸ ਚੈਲੰਜ ਨੂੰ ਐਕਸੈਪਟ ਵੀ ਕਰਦੀ ਹਾਂ ਕੋਈ ਏਡੀ ਗੱਲ ਨਹੀਂ ਹੈ ਜੇ ਤੁਸੀਂ ਥੀਏਟਰ ਦੇ ਕਲਾਕਾਰ ਹੋ ਤਾਂ ਤੁਹਾਨੂੰ ਸਾਰੇ ਕੰਮ ਕਰਨੇ ਪੈਣਗੇ ਮਤਲਬ ਡਾਇਰੈਕਸ਼ਨ ਤੋਂ ਲੈ ਕੇ ਸਾਰੇ ਜਿੰਨੇ ਵੀ ਤੁਸੀਂ ਬੈਕ ਸਟੇਜ ਕੰਮ ਹੋਣਗੇ ਸਾਰੇ ਕਰਨੇ ਪੈਣਗੇ ਹੁਣ ਮੇਰੇ ਲਈ ਇੱਥੇ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਜਿਹੜੀ ਮੈਨੂੰ ਜ਼ਿਆਦਾ ਔਖੀ ਲੱਗਦੀ ਹੈ ਕਿ ਮਿਊਜ਼ਿਕ ਕਿਹੜੇ ਬੰਦੇ ਨੇ ਕਰਨਾ ਹੈ ਅੱਛਾ ਕਿ ਮੈਂ ਮਤਲਬ ਮੈਂ ਇਕੱਲੀ ਆ ਗਈ ਹਾਂ ਸਭ ਨੂੰ ਇਹ ਲੱਗਦਾ ਹੈ ਕਿ ਇੱਕ ਜਣੇ ਨੂੰ ਬੁਲਾ ਲਿਆ ਤੇ ਉਹਦੇ ਨਾਲ ਸ਼ੋਜ਼ ਹੋ ਜਾਣਗੇ ਨਾਟ ਪੋਸੀਬਲ ਬੈਕ ਸਟੇਜ ਟੀਮ ਤੋਂ ਬਿਨਾ ਮੈਂ ਵੀ ਕੁਝ ਨਹੀਂ ਹੈਗੀ ਹੁਣ ਬੈਕ ਸਟੇਜ ਟੀਮ ਮੈਂ ਜਿੱਥੇ ਜਾਂਦੀ ਹਾਂ ਉੱਥੇ 2 ਦਿਨ ਪਹਿਲਾਂ ਮੈਂ ਮਿਊਜ਼ਿਕ ਦੀਆਂ ਰਿਹਰਸਲਾਂ ਕਰਨੀਆਂ ਹੁੰਦੀਆਂ ਹੁਣ ਮਿਊਜ਼ਿਕ ਕਰਨ ਵਾਲਾ ਬੰਦਾ ਮੈਨੂੰ ਉਹ ਚਾਹੀਦਾ ਜਿਹੜਾ ਪੰਜਾਬੀ ਪੜ੍ਹ ਲਵੇ ਤਾਂ ਕਿ ਉਹ ਸਕ੍ਰਿਪਟ ਦੇ ਅਕੋਰਡਿੰਗ ਚੱਲੇ ਮੈਨੂੰ ਇੱਕ ਜਗ੍ਹਾ ਦਾ ਬੜਾ ਕਮਾਲ ਦਾ ਐਗਜ਼ਾਮਪਲ ਹੈ ਇਸ ਟੂਰ ਦਾ ਮੇਰਾ ਅੱਛਾ ਕੈਲਗਰੀ ਦਾ ਉਹ ਕਮਲ ਪੰਧੇਰ ਬਹੁਤ ਅੱਛੀ ਆਰਟਿਸਟ ਹੈ ਉਹਨਾਂ ਨੇ ਮੈਨੂੰ ਬੁਲਾਇਆ ਸੀ ਉੱਥੇ ਪ੍ਰੋਗਰੈਸਿਵ ਐਸੋਸੀਏਸ਼ਨ ਨੇ ਔਰ ਉਹਨਾਂ ਨੇ ਮੈਨੂੰ ਸੀ ਵੀ ਕਮਲ ਕਰ ਲੇਗੀ ਮਿਊਜ਼ਿਕ ਕੋਈ ਏਡੀ ਗੱਲ ਨਹੀਂ ਪਰ ਉਹਨੇ ਲਾਸਟ ਟਾਈਮ ਵੀ ਕੀਤਾ ਸੀ ਐਤਕੀ ਉਹਦੀ ਜ਼ਿੱਦ ਸੀ ਕਿ ਦੀਦੀ ਮੇਰੇ ਤੋਂ ਨਾ ਪਿਛਲੀ ਵਾਰੀ ਨਾਟਕ ਨਹੀਂ ਦੇਖਿਆ ਗਿਆ ਮੈਂ ਐਤਕੀ ਮਿਊਜ਼ਿਕ ਨਹੀਂ ਕਰੂੰਗੀ ਮੈਂ ਨਾਟਕ ਦੇਖੂੰਗੀ ਸੋ ਉਹਦੀ ਜ਼ਿੱਦ ਸੀ ਉਹਨੇ ਕਿਹਾ ਕਿ ਮੈਂ ਤੁਹਾਨੂੰ ਬੰਦਾ ਦਿੰਨੀ ਹੈ ਮਿਊਜ਼ਿਕ ਵਾਸਤੇ ਹੁਣ ਜਿਹੜਾ ਕੋਈ ਮਿਊਜ਼ਿਕ ਕਰਨਾ ਆਉਣਾ ਸੀ ਉਹ ਬਿਜ਼ੀ ਹੋ ਗਏ ਫਿਰ ਉਹਨੇ ਕਿਹਾ ਕਿ ਮੇਰੀ ਬੇਟੀ ਕਰ ਲਏਗੀ ਕੋਈ ਗੱਲ ਨਹੀਂ ਹੁਣ ਬੇਟੀ ਨੂੰ ਪੰਜਾਬੀ ਨਹੀਂ ਆਉਂਦੀ ਕਿੱਦਾਂ ਹੋਏਗਾ ਬੇਟੀ ਨੇ ਬੜੀ ਕਮਾਲ ਦੀ ਮਤਲਬ ਹਿੰਮਤ ਦਿਖਾਈ ਕਿ ਰੋਮਨ ਦੇ ਵਿੱਚ ਉਹਨੇ ਆਪਣਾ ਸਾਰੇ ਕਿਊਜ਼ ਲਿਖ ਲਏ ਅੱਛਾ ਤੇ ਉਸ ਤੋਂ ਬਾਅਦ ਉਹਨੇ ਪਰਫਾਰਮੈਂਸ ਦੇ ਵਿੱਚ ਪ੍ਰੋਪਰ ਮਿਊਜ਼ਿਕ ਦਿੱਤਾ ਰਿਹਰਸਲਾਂ ਕਰਦੇ ਹੋਏ ਮੇਰੇ ਦਿਮਾਗ 'ਚ ਕਿਤੇ ਨਾ ਕਿਤੇ 1-2% ਇਹ ਟੈਨਸ਼ਨ ਸੀ ਕਿ ਬੱਚੇ ਨੇ
ਰੋਮਨ ਚ ਲਿਖਿਆ ਹੈ, ਜੇ ਬਾਈ ਚਾਂਸ ਮਾੜਾ ਮੋਟਾ ਧਿਆਨ ਇੱਧਰ ਉੱਧਰ ਹੋ ਗਿਆ ਇੱਕ ਲਾਈਨ ਦਾ ਕਿਤੇ ਨਾ ਕਿਤੇ, ਤਾਂ 뮤직 ਤਾਂ ਹੋਣਾ ਹੀ ਨਹੀਂ, ਆਏਗਾ ਹੀ ਨਹੀਂ। ਪਰ ਸੈਲੂਟ ਟੂ ਹਰ, ਅੱਛਾ, ਬਹੁਤ ਕਮਾਲ ਦਾ ਹਾਂ, ਪਰਫੈਕਟ 뮤직 ਦਿੱਤਾ ਉਸ ਬੱਚੇ ਨੇ। ਠੀਕ। ਸੋ ਮਤਲਬ ਇਦਾਂ ਦੇ ਜਿਹੜੇ ਚੈਲੰਜ ਨੇ, ਤੁਹਾਨੂੰ ਜਦੋਂ ਇਕੱਲੇ ਤੁਸੀਂ ਆਉਂਦੇ ਹੋ ਪਰਫਾਰਮੈਂਸ ਕਰਨ ਵਾਸਤੇ, ਕਾਫੀ ਜ਼ਿਆਦਾ ਹੁੰਦੇ ਨੇ ਮੇਰੇ। ਥੋੜੀ ਜਿਹੀ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਥੀਏਟਰ ਦਾ, ਖਾਸ ਕਰਕੇ ਮੈਂ ਉਹਦੀ ਗੱਲ ਕਰਨਾ ਚਾਹੁੰਦੀ ਹਾਂ। ਹੁਣ ਤਾਂ ਮੁੱਖ ਮੰਤਰੀ ਜਿਹੜੇ ਨੇ ਉਹ ਤੁਹਾਡੇ ਸਾਥੀ ਕਲਾਕਾਰ ਰਹੇ ਨੇ, ਤੁਸੀਂ ਰਾਦਰ ਉਹਨਾਂ ਦੇ ਹਿੰਦੀ ਵਾਲੀ ਭੈਣ ਜੀ ਰਹੇ ਹੋ। ਹਾਂਜੀ, ਕਦੇ ਵਿਦਿਆਰਥੀ ਦੇ ਨਾਲ ਉਸ ਤੋਂ ਬਾਅਦ ਮੇਲ ਹੋਇਆ ਜਦੋਂ ਦੇ ਉਹ ਸੀਐਮ ਬਣੇ ਆ? ਬਿਲਕੁਲ ਜੀ, ਮੈਂ ਵਧਾਈ ਦੇਣ ਵਾਸਤੇ ਗਈ ਸੀ, ਉਹ ਤਾਂ ਫਰਜ਼ ਸੀਗਾ, ਜਾਣਾ ਬਣਦਾ ਵੀ ਸੀ, ਪਰ ਮੈਂ ਕਾਫੀ ਦੇਰ ਬਾਅਦ ਗਈ ਸੀਗੀ। ਅੱਛਾ। ਤਾਂ ਮੁਲਾਕਾਤ ਹੋਈ ਹੈ, ਚੰਗਾ ਲੱਗਦਾ ਹੈ ਕਿ ਸਾਡਾ ਕੋ ਐਕਟਰ ਜਿਹੜੇ ਸੀਗੇ, ਅਸੀਂ ਇਕੱਠੇ ਕੰਮ ਕੀਤਾ ਹੈ, ਤਾਂ ਉਹ ਅੱਜ ਉਸ ਮੁਕਾਮ ਤੇ ਪਹੁੰਚੇ ਨੇ। ਪਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਸੀਐਮ ਬਣੇ ਨੇ ਤੇ ਲੋਕੀ ਜਿੰਨੇ ਵੀ ਚੈਨਲ ਵਗੈਰਾ ਸੀਗੇ ਸਾਰੇ ਸਾਡੇ ਦੁਆਲੇ ਹੋਏ ਹੋਏ ਸੀਗੇ ਕਿ ਹਿੰਦੀ ਵਾਲੀ ਭੈਣ ਜੀ ਦਾ ਸਟੂਡੈਂਟ ਪਹੁੰਚ ਗਿਆ ਉੱਥੇ, ਕਿੰਨੇ ਕੁ ਡੰਡੇ ਮਾਰੇ ਹਿੰਦੀ ਵਾਲੀ ਭੈਣ ਜੀ ਨੇ, ਬੜੇ ਇਹੋ ਜਿਹੀਆਂ ਗੱਲਾਂ ਹੋਈਆਂ। ਮੈਂ ਕਿਹਾ ਵੀ ਸੀਐਮ ਸਾਹਿਬ ਉਹ ਬਣੇ ਨੇ, ਮੈਂ ਨਹੀਂ ਆ, ਉਹਨਾਂ ਕੋਲ ਜਾਓ ਤੁਸੀਂ। ਪਰ ਬਹੁਤ ਖੁਸ਼ੀ ਹੋਈ ਸੀ। ਕੁਝ ਥੀਏਟਰ ਲਈ ਉਹ ਮਿੱਥ ਕੇ ਕਰ ਰਹੇ ਨੇ ਜਾਂ ਕੋਈ ਕਲਾਕਾਰਾਂ ਦੇ ਲਈ ਕੁਝ ਕਰ ਰਹੇ ਨੇ? ਦੇਖੋ, ਮੈਂ ਆਪਣੀ ਡਿਮਾਂਡ ਰੱਖ ਕੇ ਆਈ ਹਾਂ। ਅੱਛਾ। ਮੈਂ ਜਦੋਂ ਮਿਲੀ ਸੀਗੀ ਤਾਂ ਮੈਂ ਕਿਹਾ ਜੀ ਵਧਾਈ ਤਾਂ ਮੈਂ ਦੇਣੀ ਦੇਣੀ ਹੈ, ਪਰ ਮੇਰੀ ਇੱਕ ਇੱਛਾ ਵੀ ਹੈ ਕਿ ਇੱਕ ਤਾਂ ਸੀਗਾ ਕਿ ਮੋਹਾਲੀ ਦੇ ਵਿੱਚ ਆਡੀਟੋਰੀਅਮ ਬਣ ਰਿਹਾ ਹੈ। ਪਿਛਲੀ ਸਰਕਾਰ ਵੇਲੇ ਅਨਾਉਂਸ ਹੋਇਆ ਸੀ। ਮੈਂ ਕਿਹਾ ਜੀ ਜੇ ਉਸ ਮੁਹਿੰਮ ਨੂੰ ਤੁਸੀਂ ਪੂਰਾ ਕਰ ਦਿਓ ਤਾਂ ਬਹੁਤ ਵੱਡੀ ਗੱਲ ਹੈ। ਪਲੱਸ ਉਸ ਆਡੀਟੋਰੀਅਮ ਦਾ ਨਾਮ ਹੈ ਜਿਹੜਾ, ਉਹ ਗੁਰਸ਼ਨ ਭਾਜੀ ਦੇ ਨਾਮ ਤੇ ਰੱਖ ਦਿਓ। ਅੱਛਾ। ਤੇ ਉਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਹੈ। ਹੁਣ ਅਪਲਾਈ ਕਦੋਂ ਤੱਕ ਹੁੰਦੀ ਹੈ ਇਹ ਤਾਂ ਵਕਤ ਦੱਸੇਗਾ, ਪਰ ਅਸੀਂ ਆਪਣੀ ਡਿਮਾਂਡ ਰੱਖੀ ਹੈ। ਪਲੱਸ ਇਹ ਵੀ ਕਿਹਾ ਕਿ ਕਲਾਕਾਰਾਂ ਵਾਸਤੇ ਹੁਣ ਇੱਕ ਕਲਾਕਾਰ ਸੀਐਮ ਬਣਿਆ, ਪਲੀਜ਼ ਆਪਣੇ ਹੁੰਦਿਆਂ ਕੋਈ ਐਸੀ ਕਲਚਰ ਪਾਲਿਸੀ ਜ਼ਰੂਰ ਬਣਾ ਦਿਓ ਜਿਹਦੇ ਚ ਕਲਾਕਾਰਾਂ ਨੂੰ ਕੁਝ ਤਾਂ ਰਾਹਤ ਮਿਲੇ। ਸੋ ਬੇਨਤੀ ਤਾਂ ਕੀਤੀ ਹੈ ਜੀ, ਬਾਕੀ ਦੇਖੋ ਵਕਤ ਦੱਸੇਗਾ ਕਦੋਂ ਕਬੂਲ ਹੋਏਗੀ। ਇੱਕ ਪੰਜਾਬ ਦੇ ਵਿੱਚ ਨਾਟਕ ਖੇਡਣੇ, ਵੱਖ-ਵੱਖ ਥਾਵਾਂ ਤੇ ਜਾ ਕੇ, ਤੇ ਇੱਕ ਵਿਦੇਸ਼ਾਂ ਦੇ ਵਿੱਚ ਨਾਟਕ ਖੇਡਣੇ, ਇਹਦਾ ਕੋਈ ਖਾਸ ਫਰਕ ਤੁਹਾਨੂੰ ਲੱਗਦਾ? ਤੁਹਾਡੀ ਪਰਫਾਰਮੈਂਸ ਤਾਂ ਬੇਸ਼ੱਕ ਉਹੀ ਰਹਿੰਦੀ ਹੈ, ਪਰ ਕਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੁਝ ਵੱਖਰਾ ਨਜ਼ਰੀਆ ਆਉਂਦਾ ਹੋਵੇ ਕਿ ਵੀ ਹਾਂ ਆਪਣੀ ਧਰਤੀ ਤੇ ਖੇਡ ਰਹੇ ਹਾਂ ਜਾਂ ਵਿਦੇਸ਼ੀ ਧਰਤੀ ਤੇ ਖੇਡ ਰਹੇ ਹਾਂ? ਨਹੀਂ ਜੀ, ਮੈਨੂੰ ਇਸ ਤਰ੍ਹਾਂ ਦਾ ਕੁਝ ਵੀ ਮਤਲਬ ਉਹ ਨਹੀਂ ਮਹਿਸੂਸ ਹੁੰਦਾ, ਬਿਕੋਜ਼ ਇੱਥੇ ਆ ਕੇ ਵੀ ਮੇਰੇ ਆਪਣੇ ਲੋਕ ਮਿਲ ਰਹੇ ਨੇ ਮੈਨੂੰ, ਹੈ ਨਾ, ਆਪਣੇ ਪੰਜਾਬੀ ਭਾਈਚਾਰੇ ਸਾਰੇ ਦੇ ਸਾਰੇ ਮਿਲ ਰਹੇ ਨੇ। ਔਰ ਬਲਕਿ ਮੈਨੂੰ ਇਸ ਗੱਲ ਤੋਂ ਕਈ ਵਾਰੀ ਜਿਹੜੇ ਟੈਕਨੀਸ਼ੀਅਨਸ ਹੁੰਦੇ ਨੇ ਇੱਥੋਂ ਦੇ, ਬੀਇੰਗ ਏ ਥੀਏਟਰ ਆਰਟਿਸਟ ਜੇ ਮੈਂ ਗੱਲ ਕਰਾਂ, ਤਾਂ ਉਹ ਬੜੇ ਕਮਾਲ ਦੇ ਮਿਲੇ ਨੇ ਕਈ ਜਗ੍ਹਾ ਦੇ ਉੱਤੇ, ਔਰ ਉਹ ਪੰਜਾਬੀ ਥੀਏਟਰ ਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਨੇ। ਮੈਂ ਟੋਰਾਂਟੋ ਦੇ ਵਿੱਚ ਸ਼ੋਅ ਕੀਤਾ ਤੇ ਉਹਨਾਂ ਨੇ ਕਿਸੇ ਨੇ ਵੀ ਮਤਲਬ ਟੈਕਨੀਸ਼ੀਅਨਸ ਨੇ, ਮੇਬੀ ਇੱਥੇ ਮਤਲਬ ਕਈ ਹੋਰ ਕਾਰਨ ਹੋ ਸਕਦੇ ਨੇ, ਪਰ ਉਹ ਸਾਰਾ ਸੈੱਟ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ, ਪੂਰਾ ਸੈੱਟ ਉਹਨਾਂ ਨੇ ਲਗਾਇਆ। ਜਿਹੜੇ ਉਸ ਥੀਏਟਰ ਗਰੁੱਪ ਦੇ ਬੰਦੇ ਸੀਗੇ ਉਹ ਤਾਂ ਕਰ ਹੀ ਰਹੇ ਸੀ ਹੈਲਪ, ਪਰ ਜਿਹੜੇ ਲੋਕਲ ਇੱਥੋਂ ਦੇ ਗੋਰੇ ਟੈਕਨੀਸ਼ੀਅਨ ਸੀਗੇ ਉਹਨਾਂ ਨੇ ਬੜੇ ਕਮਾਲ ਦਾ ਮਤਲਬ ਕੰਮ ਕੀਤਾ ਉਹਨਾਂ ਨੇ ਸਾਡੇ ਨਾਲ। ਮੈਨੂੰ ਚੰਗਾ ਲੱਗਦਾ ਹੈ ਕਿ ਤੁਸੀਂ ਜਦੋਂ ਪੰਜਾਬ 'ਚ ਤਾਂ ਤੁਸੀਂ ਰੈਗੂਲਰ ਕੰਮ ਕਰ ਹੀ ਰਹੇ ਹੋ, ਪਰ ਤੁਹਾਨੂੰ ਜਦੋਂ ਵਿਦੇਸ਼ ਜਾ ਕੇ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਤੁਹਾਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਦਾ, ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ, ਤੇ ਉਹ ਮੈਂ ਸਿੱਖ ਰਹੀ ਹਾਂ ਅੱਜ। ਅਨੀਤਾ ਜੀ, ਗੁੰਮਸ਼ੁਦਾ ਔਰਤ ਬਾਰੇ ਮੇਰਾ ਬਾਰ-ਬਾਰ ਗੱਲ ਕਰਨ ਨੂੰ ਦਿਲ ਕਰਦਾ। ਕੱਲ੍ਹ ਜਦੋਂ ਮੈਂ ਉਹ ਪਲੇ ਦੇਖਿਆ, ਬਹੁਤ ਸਾਰੇ ਲੋਕਾਂ ਦੇ ਜਿਹੜੇ ਰਿਸਪੌਂਸ ਵੀ ਦੇਖੇ, ਬੜੀ ਖੁਸ਼ੀ ਹੋਈ। ਪਰ ਤੁਸੀਂ ਇੱਕ ਗੱਲ ਕਹੀ ਸੀ ਕਿ ਇਹ ਨਾਟਕ ਹਾਲੇ ਪਹਿਲੀ ਵਾਰੀ ਕੈਨੇਡਾ 'ਚ ਖੇਡਿਆ ਗਿਆ, ਹਾਲੇ ਇੰਡੀਆ ਨਹੀਂ ਖੇਡਿਆ ਗਿਆ। ਇਸ ਨਾਟਕ ਨੂੰ ਕਿੱਥੇ-ਕਿੱਥੇ ਲੈ ਕੇ ਜਾ ਰਹੇ ਹੋ? ਇਹ ਨਾਟਕ ਸ਼ਬਦੀਸ਼ ਨੇ ਲਿਖਿਆ ਤੇ ਅਜੇ ਤੱਕ ਸ਼ਬਦੀਸ਼ ਨੇ ਵੀ ਨਹੀਂ ਦੇਖਿਆ। ਅੱਛਾ। ਹਾਂਜੀ, ਪਹਿਲਾ ਸ਼ੋਅ ਉਹਨਾਂ ਦਾ ਇਸ ਨਾਟਕ ਦਾ ਵਿਨੀਪੈਗ 'ਚ ਹੋਇਆ ਤੇ ਦੂਸਰਾ ਸ਼ੋਅ ਇੱਥੇ ਸਰੀ ਦੇ ਵਿੱਚ ਹੋਇਆ। ਤੇ ਪੰਜਾਬ ਦੇ ਵਿੱਚ ਜਾ ਕੇ ਮੈਂ ਬਿਲਕੁਲ ਪਿੰਡ ਲਿਜਾਣਾ ਚਾਹੁੰਦੀ ਇਸ ਨਾਟਕ ਨੂੰ। ਨਾਟਕ ਦੇ ਵਿੱਚ ਜੋ ਕੁਝ ਕਹਿਣਾ ਚਾਹਿਆ ਔਰ ਉਹ ਲੋਕਾਂ ਤੱਕ ਗਿਆ, ਔਰ ਲੋਕਾਂ ਦਾ ਜਿਹੜਾ ਮਤਲਬ ਰਿਸਪੌਂਸ ਮਿਲਿਆ ਉਹ ਬਹੁਤ ਹੀ ਕਮਾਲ ਦਾ ਮਿਲਿਆ। ਤੇ ਮੇਰੀ ਕੋਸ਼ਿਸ਼ ਹੋਏਗੀ, ਮੇਰੇ ਨਾ ਇੱਕ ਇੱਛਾ ਹੁੰਦੀ ਹੈ ਕਿ ਮੈਂ ਯੰਗਸਟਰ ਤੱਕ ਜ਼ਿਆਦਾ ਤੋਂ ਜ਼ਿਆਦਾ ਪਹੁੰਚ ਕਰਾਂ, ਕਿਉਂਕਿ ਜਿੰਨੀ ਯੰਗ ਜਨਰੇਸ਼ਨ ਨੂੰ ਤੁਸੀਂ ਇਹੋ ਜਿਹੇ ਨਾਟਕਾਂ ਰਾਹੀਂ ਅਵੇਅਰ ਕਰ ਸਕਦੇ ਹੋ ਉਹ ਜ਼ਿਆਦਾ ਵਧੀਆ ਹੈ, ਕਿਉਂਕਿ ਆਉਣ ਵਾਲੇ ਸਾਡਾ ਫਿਊਚਰ ਉਹੀ ਹੈ ਨਾ। ਉਹ ਇਸ ਕਰਕੇ ਭਵਿੱਖ ਦੇ ਵਿੱਚ ਉਹ ਕਲਾਕਾਰ ਜਿਹੜੇ ਬੱਚੇ ਨੇ ਉਹ ਘੱਟੋ ਘੱਟ ਕੁਛ ਤਾਂ ਸਮਝਣਗੇ ਨਾ। ਜਿੱਦਾਂ ਮਨ ਮਿੱਟੀ ਦਾ ਬੋਲਿਆ ਨਾਟਕ ਮੈਂ ਕਾਲਜ 'ਚ ਜਿੰਨੀ ਵਾਰੀ ਵੀ ਕੀਤਾ, ਸਭ ਬੱਚਿਆਂ ਦਾ ਇਹੀ ਰਿਸਪੌਂਸ ਆਇਆ ਕਿ ਮੈਡਮ, ਮੇਲ ਬੱਚਿਆਂ ਦਾ, ਮੈਂ ਫੀਮੇਲ ਦੀ ਨਹੀਂ ਗੱਲ ਕਰ ਰਹੀ, ਮੇਲ ਬੱਚੇ ਉਹ ਵੀ ਆ ਕੇ ਗੱਲ ਕਰਦੇ ਨੇ ਕਿ ਜੀ ਬਹੁਤ ਕਮਾਲ ਦਾ ਸਬਜੈਕਟ ਹੈ,
ਅਸੀਂ ਖਿਆਲ ਰੱਖਾਂਗੇ। ਜਦੋਂ ਕੋਈ ਇਹੋ ਜਿਹਾ ਬੱਚਾ ਕਹਿੰਦਾ ਹੈ ਨਾ ਅਸੀਂ ਖਿਆਲ ਰੱਖਾਂਗੇ, ਤੇ ਸਾਨੂੰ ਲੱਗਦਾ ਹੈ ਕਿ ਨਾਟਕ ਦੀ ਤਾਕਤ ਜਿਹੜੀ ਉਹਨਾਂ ਤੱਕ ਪਹੁੰਚੀ ਹੈ। ਸੋ ਇਸ ਕਰਕੇ ਮੇਰੀ ਇੱਛਾ ਤਾਂ ਇਹੀ ਹੁੰਦੀ ਹੈ ਕਿ ਜਿੰਨਾ ਯੰਗ ਬੱਚਿਆਂ ਤੱਕ ਪਹੁੰਚਿਆ ਜਾਵੇ ਉਹ ਜ਼ਰੂਰ ਪਹੁੰਚਾਂਗੇ। ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਨਾਟਕ, ਤੁਹਾਡੇ ਹੋਰ ਨਾਟਕ ਬਹੁਤ ਦੂਰ ਤੱਕ ਪਹੁੰਚਣਗੇ ਤੇ ਰੰਗਮੰਚ ਨੂੰ ਪਿਆਰ ਕਰਨ ਵਾਲੇ ਲੋਕ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਹੌਸਲਾ ਅਫਜ਼ਾਈ ਤੁਹਾਡੀ ਕਰਦੇ ਰਹਿਣਗੇ, ਹੱਲਾਸ਼ੇਰੀ ਦਿੰਦੇ ਰਹਿਣਗੇ ਤੇ ਸਾਨੂੰ ਵੀ ਹਮੇਸ਼ਾ ਉਮੀਦ ਰਹੇਗੀ ਕਿ ਹਰ ਸਾਲ ਕੁਝ ਨਾ ਕੁਝ ਤੁਸੀਂ ਇਸ ਤਰ੍ਹਾਂ ਦਾ ਨਵਾਂ ਲੈ ਕੇ ਸਾਡੇ ਲਿਆਓ। ਅੱਜ ਗੱਲਾਂ ਬਾਤਾਂ ਕੀਤੀਆਂ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ। ਇਹ ਸੀ ਜੀ ਅਨੀਤਾ ਸ਼ਬਦੀਸ਼ ਦੇ ਨਾਲ ਇੱਕ ਮੁਲਾਕਾਤ। ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਤਾਂ ਇਸ ਗੱਲਬਾਤ ਨੂੰ ਤੁਸੀਂ ਅਗਾਂਹ ਵੀ ਜ਼ਰੂਰ ਤੋਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਡੇ ਸੁਝਾਵਾਂ ਦਾ, ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ। ਸ਼ੁਕਰੀਆ।